ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸਵਾਰੇ ਖਾਲਸਾ ਜੀਓ। ਆਓ ਸਭ ਤੋਂ ਪਹਿਲਾਂ ਗੁਰੂਦੇਵ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ। ਪਿਆਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਕੁਝ ਦਿਨਾਂ ਤੋਂ ਇੱਕ ਮੁੱਦਾ ਖਾਸ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ, ਉਸ ਦਾ ਸੰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਹੈ। ਸਿੱਖਾਂ ਦੀ ਨੁਮਾਇੰਦਾ ਧਾਰਮਿਕ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸ੍ਰੀ ਰਾਮਦਾਸ ਨਿਵਾਸ, ਜਿਸ ਨੂੰ ਸ੍ਰੀ ਰਾਮਦਾਸ ਸਰਾਂ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ, ਉਸ ਨੂੰ ਢਾਹ ਕੇ ਉਸ ਦੀ ਜਗ੍ਹਾ ਦੇ ਉੱਪਰ ਦੁਬਾਰਾ 800 ਕਮਰਿਆਂ ਦੀ ਨਵੀਂ ਸਰਾਂ ਤਮੀਰ ਕਰਾਉਣ ਦੀ ਜਿਹੜੀ ਗੱਲਬਾਤ ਜਾਂ ਜਿਹੜੀ ਚਰਚਾ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਪਰ ਸਰਗਰਮੀ ਦਾ ਕੇਂਦਰ ਬਣੀ ਹੋਈ ਹੈ, ਉਹਦੇ ਬਾਰੇ ਕੁਝ ਵਿਚਾਰ ਕਰਨੇ ਨੇ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੇ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਵਾਲੀ ਨੁਮਾਇੰਦਾ ਜਮਾਤ ਹੈ, ਪਰ ਕੇਵਲ ਤੇ ਕੇਵਲ ਇਹ ਜਿਹੜਾ ਪ੍ਰਬੰਧ ਹੈ ਇਮਾਰਤਾਂ ਤੱਕ, ਜਾਂ ਫਿਰ ਕਹਿ ਸਕਦੇ ਹੋ ਕਿ ਇਮਾਰਤਾਂ ਦੇ ਰੱਖ ਰਖਾਵ ਤੱਕ ਹੀ ਸੀਮਤ ਨਹੀਂ ਹੈਗਾ, ਜਾਂ ਨਵ ਉਸਾਰੀ ਤੱਕ ਸੀਮਤ ਨਹੀਂ ਹੈਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਇਹ ਵੀ ਬਣਦੀ ਹੈ ਕਿ ਜਿਹੜੀਆਂ ਸਾਡੀਆਂ ਵਿਰਾਸਤੀ ਇਮਾਰਤਾਂ ਨੇ ਉਹਨਾਂ ਦੀ ਸੰਭਾਲ ਕਿਵੇਂ ਕਰਨੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਇਹ ਵੀ ਬਣਦੀ ਹੈ ਕਿ ਜਿਹੜੀਆਂ ਕੌਮ ਦੀਆਂ ਧਾਰਮਿਕ ਭਾਵਨਾਵਾਂ ਜਿਨ੍ਹਾਂ ਨਾਲ ਉਹਨਾਂ ਦੇ ਜਜ਼ਬਾਤ ਜੁੜੇ ਹੋਏ ਨੇ, ਉਹਨਾਂ ਨੂੰ ਕਿਵੇਂ ਸਮਝਣਾ ਤੇ ਉਹਨਾਂ ਦੀ ਨੁਮਾਇੰਦਗੀ ਕਿਵੇਂ ਕਰਨੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਸ ਕਰਕੇ ਜਿਹੜੇ ਮੈਂਬਰਾਂ ਨੇ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹਨਾਂ ਨੂੰ ਵੋਟਾਂ ਪਾਉਣ ਵਾਲੇ ਉਹ ਸਿੱਖ ਹੁੰਦੇ ਨੇ ਜਿਹੜੇ ਕਿਤੇ ਨਾ ਕਿਤੇ, ਬੇਸ਼ੱਕ ਇਹਦੇ 'ਚ ਹੁਣ ਬਹੁਤ ਧਾਂਦਲੀਆਂ ਹੁੰਦੀਆਂ ਨੇ, ਪਰ ਫਿਰ ਵੀ ਜੇਕਰ ਅਸੀਂ ਉਹਨਾਂ ਦੇ ਮੂਲ ਕਹਿ ਸਕਦੇ ਹੋ ਕਿ ਦਸਤੂਰ ਉਲ ਅਮਲ ਦੀ ਗੱਲ ਕਰੀਏ ਤਾਂ ਉਹਦੇ ਅਨੁਸਾਰ ਜਿਹੜੇ ਸਿੱਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੋਟਰ ਹੁੰਦੇ ਨੇ, ਉਹਨਾਂ ਦੇ ਵਿੱਚ ਆਮ ਕਹਿ ਸਕਦੇ ਹੋ ਕਿ ਆਮ ਬਸ਼ਿੰਦਿਆਂ ਦੇ ਮੁਕਾਬਲੇ ਧਾਰਮਿਕ ਜਿਹੜੀਆਂ ਧਾਰਨਾਵਾਂ ਨੇ ਉਹਨਾਂ ਦੀ ਮਾਨਤਾ ਤੇ ਉਹਨਾਂ ਦੀ ਪ੍ਰਬਲਤਾ ਜ਼ਿਆਦਾ ਹੁੰਦੀ ਹੈ। ਇਸ ਕਰਕੇ ਕਿਤੇ ਨਾ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਵੀ ਫਰਜ਼ ਬਣ ਜਾਂਦਾ ਹੈ ਕਿ ਉਹਨਾਂ ਨੇ ਉਹਨਾਂ ਸਾਰੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਿਵੇਂ ਕਰਨਾ ਹੈ। ਕੋਈ ਸਮਾਂ ਸੀ ਜਿਨ੍ਹਾਂ ਸਮਿਆਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜੇ ਮੈਂ ਬਾਹਰੀ ਵੀ ਗੱਲ ਕਰਾਂ ਤੇ ਜਦੋਂ ਕਾਰ ਸੇਵਾ ਵਾਲੇ ਬਾਬੇ ਆਪਣੀ ਮਰਜ਼ੀ ਦੇ ਨਾਲ ਇਮਾਰਤਾਂ ਨੂੰ ਢਾਹ ਦਿੰਦੇ ਸੀ, ਨਵੀਆਂ ਉਸਾਰ ਦਿੰਦੇ ਸੀ, ਇਹਨਾਂ ਪੁਰਾਣੀਆਂ ਢਾਈਆਂ ਵਿਰਾਸਤੀ ਇਮਾਰਤਾਂ ਦੀ ਭੇਟ ਪਾਉਂਟਾ ਸਾਹਿਬ ਦੀ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨ ਛੋਹ ਇਮਾਰਤ ਚੜ੍ਹ ਗਈ, ਚਮਕੌਰ ਦੀ ਗੜ੍ਹੀ ਚੜ੍ਹ ਗਈ, ਜਾਂ ਫਿਰ ਉਸ ਤੋਂ ਬਾਅਦ ਫਤਿਹਗੜ੍ਹ ਸਾਹਿਬ ਸਰਹੰਦ ਦੀਆਂ ਸਾਡੀਆਂ ਸ਼ਹੀਦੀ ਯਾਦਗਾਰਾਂ ਚੜ੍ਹ ਗਈਆਂ। ਉਹ ਸਮਾਂ ਹੋਰ ਸੀ ਜਦੋਂ ਇਵੇਂ ਦੀਆਂ ਵਿਰਾਸਤੀ ਜਾਂ ਜਿਨ੍ਹਾਂ ਨੂੰ ਕਹਿ ਸਕਦੇ ਹੋ ਕਿ ਅਣਮੁੱਲੀਆਂ ਇਮਾਰਤਾਂ ਢਾਹ ਦਿੱਤੀਆਂ ਜਾਂਦੀਆਂ ਸੀ ਤੇ ਉਹਨਾਂ ਦੇ ਵਿਰੋਧ ਦੇ ਵਿੱਚ ਕੋਈ ਆਵਾਜ਼ ਖੜੀ ਨਹੀਂ ਸੀ ਹੁੰਦੀ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜੋੜਾ ਘਰ ਦੇ ਨਾਮ ਹੇਠ ਜਦੋਂ ਇੱਕ ਨਵੀਂ ਜਗ੍ਹਾ ਦੀ ਤਾਮੀਰ ਦੀ ਗੱਲ ਉੱਠੀ ਤਾਂ ਉਸ ਵੇਲੇ ਜਿਹੜੀ ਜ਼ਮੀਨ ਦੋਜ ਇਮਾਰਤ ਹੇਠੋਂ ਨਿਕਲੀ, ਉਹਦੇ ਬਾਰੇ ਕੌਮ ਦੇ ਵਿੱਚ ਜਿਸ ਤਰ੍ਹਾਂ ਦੀ ਚੇਤਨਤਾ ਨੇ ਜਨਮ ਲਿਆ, ਕਿਤੇ ਨਾ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੰਗਤ ਦੀ ਚੇਤਨਾ ਦੇ ਮੱਦੇ ਨਜ਼ਰ ਇਹ ਫੈਸਲਾ ਲੈਣਾ ਪਿਆ ਕਿ ਜਿਹੜੀ ਇਮਾਰਤ ਜ਼ਮੀਨ ਦੋਜ਼ ਅੰਦਰੋਂ ਨਿਕਲੀ ਹੈ ਉਸ ਨੂੰ ਉਸੇ ਤਰੀਕੇ ਦੇ ਨਾਲ ਪ੍ਰਜ਼ਰਵ ਕੀਤਾ ਜਾਵੇਗਾ। ਪਰ ਹੁਣ ਜਦੋਂ ਅਸੀਂ ਸ੍ਰੀ ਰਾਮਦਾਸ ਨਿਵਾਸ ਦੀ ਗੱਲ ਕਰਦੇ ਹਾਂ, ਗੁਰੂ ਰਾਮਦਾਸ ਨਿਵਾਸ ਦੀ ਗੱਲ ਕਰਦੇ ਹਾਂ, ਤਾਂ ਇਹਦੇ ਨਾਲ ਕੌਮ ਦੀਆਂ ਇੱਕ ਬਹੁਤ ਵੱਡੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ। ਇਸ ਨੂੰ ਤੁਸੀਂ ਵਿਰਾਸਤੀ ਇਮਾਰਤ ਦੇ ਢਾਂਚੇ ਤੋਂ ਬਾਹਰ ਰੱਖ ਕੇ ਨਹੀਂ ਵੇਖ ਸਕਦੇ। ਵੈਸੇ ਤਾਂ ਮੈਂ ਇੱਕ ਬੇਨਤੀ ਕਰਾਂ ਕਿ ਜੇਕਰ ਸੰਗਤ ਦੀ ਰਿਹਾਇਸ਼ ਦੀ ਕੋਈ ਸਮੱਸਿਆ ਹੈ ਤਾਂ ਅੰਮ੍ਰਿਤਸਰ ਦੇ ਕਿਸੇ ਵੀ ਇਲਾਕੇ ਦੇ ਵਿੱਚ ਇੱਕ ਰਿਹਾਇਸ਼ਗਾਹ, 2 ਨਹੀਂ 3 ਨਹੀਂ 4 ਰਿਹਾਇਸ਼ਗਾਹਾਂ ਹੋਰ ਉਸਾਰੀਆਂ ਜਾ ਸਕਦੀਆਂ ਨੇ, ਕਿਉਂਕਿ ਅੱਜ ਕੱਲ੍ਹ ਸਾਰੇ ਘਰਾਂ ਦੇ ਵਿੱਚ ਕੋਈ ਨਾ ਕੋਈ ਆਵਾਜਾਈ ਦਾ ਸਾਧਨ ਹੈ, ਕਨਵੀਨਸ ਹੈ। ਥੋੜ੍ਹੀ ਦੂਰੀ ਤੋਂ ਵੀ 1-2 ਕਿਲੋਮੀਟਰ ਤੋਂ ਦਰਬਾਰ ਸਾਹਿਬ ਆਉਣਾ ਕਿਸੇ ਵਾਸਤੇ ਔਖਾ ਨਹੀਂ। ਪਰ ਜਿਹੜੀ ਗੁਰੂ ਰਾਮਦਾਸ ਸਰਾਂ ਹੈ, ਜਿਸ ਦੀ ਤਾਮੀਰ 10 ਅਕਤੂਬਰ 1931 ਦੇ ਵਿੱਚ ਹੋਈ, ਔਰ ਉਹ ਸਮਾਂ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੋਕਲ ਕਮੇਟੀ ਦੇ ਵਿੱਚ ਭਾਈ ਸੰਤੋਖ ਸਿੰਘ ਵਰਗੇ ਸਿੱਖ ਸਨ, ਜਿਨ੍ਹਾਂ ਨੇ ਜਿਸ ਵੇਲੇ ਕੋਈ ਸਮਾਂ ਉਹ ਸੀ ਜਦੋਂ ਬੁੰਗਿਆਂ ਦੇ ਵਿੱਚ ਸੰਗਤਾਂ ਰਿਹਾਇਸ਼ ਰੱਖਦੀਆਂ ਸਨ, ਉਹਨਾਂ ਬੁੰਗਿਆਂ ਦੇ ਢਾਉਣ ਤੋਂ ਬਾਅਦ ਜਿਹੜੀ ਗੱਲ ਹੁਣ ਵੀ ਉੱਠ ਰਹੀ ਹੈ ਕਿ ਉਹਨਾਂ ਬੁੰਗਿਆਂ ਦੇ ਢਾਉਣ ਤੋਂ ਬਾਅਦ ਜਿਹੜੀ ਅਗਲੀ ਸਮੱਸਿਆ ਆਈ ਸੰਗਤ ਦੀ ਰਿਹਾਇਸ਼ ਦੇ ਵਾਸਤੇ, ਤਾਂ ਉਸ ਰਿਹਾਇਸ਼ੀ ਸਮੱਸਿਆ ਨੂੰ ਹੱਲ ਕਰਨ ਦੇ ਵਾਸਤੇ ਉਹਨਾਂ ਸਮਿਆਂ ਦੇ ਵਿੱਚ 1931 ਦੇ ਵਿੱਚ ਸਰਦਾਰ ਸੰਤੋਖ ਸਿੰਘ ਦੀ ਸਲਾਹ ਦੇ ਉੱਪਰ ਇਹ ਫੈਸਲਾ ਕੌਮ ਨੇ ਸਰਬਸੰਮਤੀ ਦੇ ਨਾਲ ਲਿਆ ਕਿ ਇੱਕ ਵਧੀਆ ਸਰਾਂ ਦੀ ਉਸਾਰੀ ਕੀਤੀ ਜਾਵੇ।
ਇਸ ਦੇ ਵਾਸਤੇ ਬਕਾਇਦਾ ਤੌਰ ਤੇ ਸੰਗਤ ਤੋਂ ਪ੍ਰਵਾਨਗੀ ਲੈਣ ਤੋਂ ਬਾਅਦ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ, ਉਹਨਾਂ ਦੇ ਭੋਗ ਪਾਏ ਗਏ, ਅਰਦਾਸ ਕੀਤੀ ਗਈ ਤੇ ਬਾਬਾ ਸਾਧੂ ਸਿੰਘ ਪਟਿਆਲੇ ਵਾਲਿਆਂ ਨੇ ਇਸ ਦਾ ਨੀਂਹ ਪੱਥਰ ਰੱਖਿਆ। 1931 ਦੇ ਵਿੱਚ ਜਦੋਂ ਇਹ ਸਰਾਂ ਤਮੀਰ ਸ਼ੁਰੂ ਹੋਈ ਤਾਂ ਉਸ ਸਮੇਂ ਇਸ ਦੇ 200 ਕਮਰੇ ਸਨ। ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਚੰਨਣ ਸਿੰਘ ਦੀ ਅਗਵਾਈ, ਜਿਨ੍ਹਾਂ ਨੂੰ ਸੰਤ ਚੰਨਣ ਸਿੰਘ ਵੀ ਕਿਹਾ ਗਿਆ, ਉਹਨਾਂ ਦੀ ਅਗਵਾਈ ਵਾਲੀ ਕਮੇਟੀ ਦੇ ਵੱਲੋਂ ਇਸ ਦੀ ਤੀਸਰੀ ਮੰਜ਼ਿਲ ਜਿਹੜੀ ਸੀ ਉਸ ਦੀ ਉਸਾਰੀ ਕੀਤੀ ਗਈ ਤੇ ਤਕਰੀਬਨ 34 ਕਮਰੇ ਜਿਹੜੇ ਸੀ ਉਹਨਾਂ ਦੀ ਉਸਾਰੀ ਦੇ ਵਿੱਚ ਵਾਧਾ ਕੀਤਾ ਗਿਆ। ਮਾਫ ਕਰਨਾ, 184 ਕਮਰੇ ਹੋਰ ਬਣਾ ਕੇ ਤੇ ਇਸ ਤਰ੍ਹਾਂ ਇਹਨਾਂ ਦੀ ਕਹਿ ਸਕਦੇ ਹੋ ਕਿ ਕਮਰਿਆਂ ਦੀ ਗਿਣਤੀ ਦੇ ਵਿੱਚ ਵਾਧਾ ਕੀਤਾ ਗਿਆ ਤੇ ਸਰਾਂ ਦੇ ਕੁੱਲ ਕਮਰਿਆਂ ਦੀ ਜਿਹੜੀ ਗਿਣਤੀ ਹੈ ਉਹ 384 ਹੋ ਗਈ 200 ਤੋਂ। ਉਹਨਾਂ ਸਮਿਆਂ ਦੇ ਅਨੁਸਾਰ ਜੇਕਰ ਤੁਸੀਂ ਅੱਜ ਦੇ ਆਧੁਨਿਕ ਕਮਰਿਆਂ ਦੀ ਗੱਲ ਕਰੋ ਜਿੱਥੇ ਹਰ ਕਮਰੇ ਦੇ ਨਾਲ ਅਟੈਚ ਵਾਸ਼ਰੂਮ ਹੁੰਦਾ ਹੈ, ਉਹਦੀ ਗੱਲ ਜੇ ਨਾ ਕਰੀਏ ਤੇ ਉਹਨਾਂ ਸਮਿਆਂ ਦੇ ਅਨੁਸਾਰ ਇਸ ਸਰਾਂ ਦੇ ਵਿੱਚ ਉਸ ਸਮੇਂ ਦੇ ਅਨੁਸਾਰ ਸਾਰੀਆਂ ਵਧੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ। ਬਕਾਇਦਾ ਤੌਰ ਤੇ ਇੱਕ ਦਰਜੀ ਦਾ ਪ੍ਰਬੰਧ ਸੀ ਕਿ ਸਰਾਂ ਦੇ ਵਿੱਚ ਜੇਕਰ ਕੱਪੜਿਆਂ ਨੂੰ ਸਿਲਾਈ ਦੀ ਕੋਈ ਮਜਬੂਰੀ ਆ ਜਾਂਦੀ ਹੈ ਤਾਂ ਉਹ ਉਸ ਦੀ ਜਿਹੜੀ ਗੱਲ ਪੂਰੀ ਕੀਤੀ ਜਾ ਸਕੇ। ਇਸ ਤੋਂ ਇਲਾਵਾ ਇਸ ਸਰਾਂ ਦੇ ਵਿੱਚ ਹੀ ਕਦੀ ਗੁਰੂ ਰਾਮਦਾਸ ਲਾਇਬ੍ਰੇਰੀ ਹੋਇਆ ਕਰਦੀ ਸੀ। ਜਿਹੜਾ ਗੁਰਮਤਿ ਲਿਟਰੇਚਰ ਹਾਊਸ ਹੈ ਉੱਥੋਂ ਸੰਗਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਕਾਸ਼ਿਤ ਕੀਤਾ ਲਿਟਰੇਚਰ ਲੈ ਸਕਦੀਆਂ ਸੀ, ਉਹ ਵੀ ਇੱਥੇ ਹੀ ਸੀ। ਉਸ ਤੋਂ ਇਲਾਵਾ ਧਰਮ ਪ੍ਰਚਾਰ ਕਮੇਟੀ ਦੇ ਵੱਲੋਂ ਜਿਹੜਾ ਸਾਹਿਤ ਜਾਂ ਇਤਿਹਾਸਕ ਵਿਰਾਸਤ ਦੇ ਸੰਬੰਧਿਤ ਤਾਰੀਖੀ ਪੰਨਿਆਂ ਨੂੰ ਪ੍ਰਕਾਸ਼ਿਤ ਕੀਤਾ ਜਾਂਦਾ ਸੀ, ਉਹਦਾ ਸਾਰਾ ਵੀ ਕਹਿ ਸਕਦੇ ਹੋ ਕਿ ਅਮਲਾ ਜਾਂ ਫਿਰ ਕਹਿ ਸਕਦੇ ਹੋ ਕਿ ਉਹ ਸਾਰਾ ਲਿਟਰੇਚਰ ਵੀ ਇਸੇ ਸਰਾਂ ਦੇ ਵਿੱਚ ਹੀ ਸਾਂਭ ਸੰਭਾਲ ਕੀਤਾ ਜਾਂਦਾ ਸੀ। ਸੋ ਕਹਿਣ ਤੋਂ ਭਾਵ ਕਿ ਇਸ ਸਰਾਂ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ ਕੇਵਲ ਤੇ ਕੇਵਲ ਇੱਕ ਇਮਾਰਤ ਹੈ, ਬਲਕਿ ਇਸ ਨੂੰ ਹੁਣ ਵਿਰਾਸਤੀ ਇਮਾਰਤਾਂ ਦੇ ਦਾਇਰੇ ਦੇ ਵਿੱਚ ਰੱਖਣਾ ਪਵੇਗਾ। ਵੈਸੇ ਮੈਂ ਇੱਕ ਗੱਲ ਸਾਂਝੀ ਕਰਾਂ ਕਿ 1931 ਦੀ ਬਣੀ ਸਰਾਂ ਹੈ ਤੇ 1921 ਦੇ ਵਿੱਚ ਇਸ ਨੂੰ 90 ਸਾਲ ਹੋ ਜਾਂਦੇ ਨੇ। ਜੇਕਰ ਵਿਦੇਸ਼ਾਂ ਦੇ ਵਿੱਚ ਜਾ ਕੇ ਅਸੀਂ ਵਿਰਾਸਤੀ ਇਮਾਰਤਾਂ ਦੀ ਸੰਭਾਲ ਦੀ ਗੱਲ ਕਰੀਏ ਤਾਂ ਜਿਹੜੀਆਂ ਇਮਾਰਤਾਂ 90 ਸਾਲ ਤੋਂ ਟੱਪ ਜਾਂਦੀਆਂ ਨੇ ਉਹਨਾਂ ਨੂੰ ਢਾਉਣ ਦੇ ਵਾਸਤੇ ਜਾਂ ਫਿਰ ਉਹਨਾਂ ਦੇ ਢਾਂਚੇ ਦੇ ਵਿੱਚ ਕੋਈ ਤਬਦੀਲੀ ਕਰਨ ਦੇ ਵਾਸਤੇ ਸਰਕਾਰ ਦੇ ਕੋਲੋਂ ਜਿਹੜੀ ਹੈ ਉਹ ਪਰਮਿਸ਼ਨ ਲੈਣੀ ਪੈਂਦੀ ਹੈ। ਹੁਣ ਇਸ ਸਰਾਂ ਦੇ ਨਾਲ ਤੇ ਸਾਡਾ ਜੁੜਿਆ ਹੀ ਬਹੁਤ ਕੁਝ ਹੋਇਆ। ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਾਂ, ਕੁਝ ਸਮੇਂ ਦੀ ਗੱਲ ਹੈ, ਕੁਝ ਸਾਲ ਹੋ ਗਏ ਨੇ, ਮੈਂ ਹਾਂਗਕਾਂਗ ਸੰਗਤਾਂ ਦੇ ਨਾਲ ਕੁਝ ਵਿਖਿਆਨ ਸਾਂਝੇ ਕਰਨ ਵਾਸਤੇ ਗਿਆ ਤੇ ਜਿਹੜਾ ਹਾਂਗਕਾਂਗ ਦਾ ਸਿੱਖਾਂ ਦਾ ਗੁਰਦੁਆਰਾ ਹੈ ਉਸ ਗੁਰਦੁਆਰੇ ਦੀ ਤਾਮੀਰ 1901 ਦੇ ਵਿੱਚ ਹੋਈ ਸੀ, ਜਦੋਂ ਕਹਿ ਸਕਦੇ ਹੋ ਕਿ ਪਹਿਲੇ ਵਿਸ਼ਵ ਯੁੱਧ ਦੇ ਦੌਰਾਨ ਸਿੱਖ ਫੌਜੀ ਅੰਗਰੇਜ਼ਾਂ ਦੇ ਵੱਲੋਂ ਲੜਨ ਦੇ ਵਾਸਤੇ ਉਸ ਖਿੱਤੇ ਦੇ ਵਿੱਚ ਗਏ ਸਨ। ਉਹਨਾਂ ਨੇ ਉੱਥੇ ਉਸ ਗੁਰਦੁਆਰਾ ਸਾਹਿਬ ਦੀ ਤਾਮੀਰ ਆਰੰਭ ਕੀਤੀ। ਉਸ ਤੋਂ ਬਾਅਦ 1914 ਦੇ ਵਿੱਚ ਉਸੇ ਗੁਰਦੁਆਰਾ ਸਾਹਿਬਾਨ ਦੇ ਨਾਲ ਸਾਡੀ ਇੱਕ ਹੋਰ ਯਾਦ ਜੁੜ ਗਈ। ਜਦੋਂ ਕਾਮਾਗਾਟਾ ਮਾਰੂ ਜਹਾਜ਼ ਨੇ ਚੱਲਣਾ ਸੀ ਤੇ ਬਾਬਾ ਗੁਰਦਿੱਤ ਸਿੰਘ ਹੁਣਾਂ ਦੀ ਅਗਵਾਈ ਦੇ ਵਿੱਚ ਸਾਰੇ ਮੁਸਾਫਰ ਜਿਹੜੇ ਇੱਥੋਂ ਕੈਨੇਡਾ ਨੂੰ ਚੱਲਣੇ ਸੀ, ਜਿਹੜਾ ਇੱਕ ਬਹੁਤ ਵੱਡਾ ਦੁਖਾਂਤ ਵਾਪਰਿਆ, ਉਹਨਾਂ ਸਾਰਿਆਂ ਨੇ ਇਸ ਗੁਰਦੁਆਰੇ ਦੇ ਵਿੱਚ ਅਰਦਾਸ ਕੀਤੀ। ਤੀਸਰੀ ਯਾਦ ਉਹਦੇ ਨਾਲ ਇੱਕ ਹੋਰ ਜੁੜ ਗਈ ਕਿ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਤਕਰੀਬਨ 1939 ਤੋਂ 1945 ਦੇ ਵਿੱਚ ਜਿਹੜਾ ਚੱਲਿਆ, ਉਹਦੇ ਦੌਰਾਨ ਇਸ ਗੁਰਦੁਆਰਾ ਸਾਹਿਬ ਦੇ ਉੱਪਰ ਹਵਾਈ ਜਹਾਜ਼ਾਂ ਦੇ ਵੱਲੋਂ ਬੰਬਾਰੀ ਕੀਤੀ ਗਈ, ਜਿਹਦੇ ਵਿੱਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਆਨੰਦ ਸਿੰਘ ਸ਼ਹਾਦਤ ਪ੍ਰਾਪਤ ਕਰ ਗਏ। ਸੋ ਕੁਛ ਤਾਂ ਸਿੱਖਾਂ ਦੇ ਜਜ਼ਬਾਤਾਂ ਦੇ ਨਾਲ ਜੁੜੀਆਂ ਹੋਈਆਂ ਕਹਿ ਸਕਦੇ ਹੋ ਘਟਨਾਵਾਂ ਜੁੜ ਗਈਆਂ ਤੇ 2001 ਤੋਂ ਬਾਅਦ ਜਦੋਂ ਸਿੱਖਾਂ ਨੇ ਉਸ ਗੁਰਦੁਆਰੇ ਦੀ ਤਾਮੀਰ ਦੀ ਕੋਸ਼ਿਸ਼ ਕੀਤੀ, ਬੇਸ਼ੱਕ ਜਦੋਂ ਕਿ ਵਿਸ਼ਵ ਯੁੱਧ ਦੇ ਦੌਰਾਨ ਇਸ ਦੀ ਇਮਾਰਤ ਨੂੰ ਨੁਕਸਾਨ ਪਹੁੰਚਿਆ ਸੀ ਤਾਂ ਇਸ ਦੀ ਇਮਾਰਤ ਨੂੰ ਪਹਿਲੀ ਇਮਾਰਤ ਦੀ ਦਿੱਖ ਦੇ ਅਨੁਸਾਰ ਹੀ ਦੁਬਾਰਾ ਕਹਿ ਸਕਦੇ ਹੋ ਰੀਸਟੋਰ ਕੀਤਾ ਗਿਆ ਸੀ। ਪਰ ਜਦੋਂ 2001 ਤੋਂ ਬਾਅਦ ਸਿੱਖਾਂ ਨੇ ਕੁਝ ਵੱਧ ਰਹੀ ਸਿੱਖਾਂ ਦੀ ਗਿਣਤੀ ਦੇ ਮੱਦੇਨਜ਼ਰ ਦੀਵਾਨ ਹਾਲ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵੇਲੇ ਹਾਂਗਕਾਂਗ ਦੀ ਸਰਕਾਰ ਨੇ, ਮੈਨੂੰ ਹੁਣ ਨਹੀਂ ਪਤਾ ਕਿ ਤਾਮੀਰ ਦੁਬਾਰਾ ਵਧਾਈ ਹੈ, ਵਾਧਾ ਕੀਤਾ ਹੈ ਜਾਂ ਨਹੀਂ, ਹਾਂਗਕਾਂਗ ਦੇ ਨਾਲ ਜੁੜੇ ਹੋਏ ਜਿਹੜੇ ਸਰੋਤੇ ਨੇ ਜਾਂ ਦਰਸ਼ਕ ਨੇ ਉਹ ਦੱਸ ਸਕਦੇ ਨੇ ਕਮੈਂਟਾਂ ਦੇ ਵਿੱਚ। ਪਰ 2007 ਦੇ ਵਿੱਚ ਸ਼ਾਇਦ ਮੈਂ ਹਾਂਗਕਾਂਗ ਸੀ ਤਾਂ ਉਸ ਵੇਲੇ ਪ੍ਰਬੰਧਕ ਕਮੇਟੀ ਜਾਂ ਮੇਰੇ ਇੱਕ ਦੋਸਤ ਗੁਰਵਿੰਦਰ ਸਿੰਘ ਸੰਧੂ ਹੁਣਾਂ ਨੇ ਇਹ ਗੱਲ ਮੇਰੇ ਨਾਲ ਸਾਂਝੀ ਕੀਤੀ ਸੀ ਕਿ ਕੋਸ਼ਿਸ਼ ਕੀਤੀ ਗਈ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਵਧਾਇਆ ਜਾਵੇ, ਪਰ ਸਰਕਾਰ ਦੇ ਵੱਲੋਂ ਸਖਤੀ ਦੇ ਨਾਲ ਕਿਹਾ ਗਿਆ ਕਿ ਜੇਕਰ ਤੁਹਾਨੂੰ ਇਹ ਜਗ੍ਹਾ ਥੋੜ੍ਹੀ ਲੱਗਦੀ ਹੈ ਤੇ ਇਹ ਜਗ੍ਹਾ ਦੇ ਕਹਿ ਸਕਦੇ ਹੋ ਕਿ ਬਦਲ ਦੇ ਵਿੱਚ ਅਸੀਂ ਤੁਹਾਨੂੰ ਸ਼ਹਿਰ ਦੇ ਵਿੱਚ ਖੁੱਲੀ ਜਗ੍ਹਾ ਦੇ ਸਕਦੇ ਹਾਂ,
ਪਰ ਇਸ ਇਮਾਰਤ ਦੀ ਤਾਮੀਰ ਕੀਤੀ ਨੂੰ ਜਿਹੜਾ ਵਕਤ ਹੈ 100 ਸਾਲ ਤੋਂ ਉੱਪਰ ਹੋ ਗਿਆ ਹੈ। ਇਸ ਕਰਕੇ ਹੁਣ ਤੁਸੀਂ ਜੇਕਰ ਇਹਦੀ ਕੋਈ ਰੈਸਟੋਰੇਸ਼ਨ ਕਰਨੀ ਹੈ ਤੇ ਉਹਦੇ ਦੌਰਾਨ ਕਿਸੇ ਪੁਰਾਣਾ ਢਾਂਚਾ ਜਿਹੜਾ 1901 ਵਾਲਾ ਉਹਦੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾ ਸਕਦੀ। ਸੋ ਕੋਈ ਸਮਾਂ ਸੀ, ਮੈਂ ਜਿਸ ਤਰ੍ਹਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਬਹੁਤ ਸਾਰੀਆਂ ਇਮਾਰਤਾਂ ਜਿਹੜੀਆਂ ਸੀ ਉਹ ਕਾਰ ਸੇਵਾ ਦੀ ਭੇਟ ਚੜ੍ਹ ਗਈਆਂ, ਜਿਨ੍ਹਾਂ ਦੇ ਨਾਲ ਸਾਡਾ ਇਤਿਹਾਸ ਤੇ ਸਾਡੇ ਕੌਮੀ ਜਜ਼ਬਾਤ ਜੁੜੇ ਹੋਏ ਸਨ। ਹੁਣ ਸਾਡੇ ਬੱਚੇ ਵਿਦੇਸ਼ਾਂ ਦੇ ਵਿੱਚ ਨੇ, ਉਹ ਵਿਦੇਸ਼ਾਂ ਦੇ ਵਿੱਚ ਵੇਖਦੇ ਨੇ ਕਿ ਗ੍ਰੀਸ ਦੇ ਵਿੱਚ, ਯੂਨਾਨ ਦੇ ਵਿੱਚ, ਇੰਗਲੈਂਡ ਦੇ ਵਿੱਚ, ਅਮਰੀਕਾ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਹਜ਼ਾਰਾਂ ਸਾਲ ਪੁਰਾਣੀਆਂ ਜਿਹੜੀਆਂ ਇਮਾਰਤਾਂ ਨੇ ਉਹ ਸੰਭਾਲੀਆਂ ਹੋਈਆਂ ਨੇ, ਭਾਵੇਂ ਕਿ ਕਿਤੇ ਨਾ ਕਿਤੇ ਉਹਨਾਂ ਇਮਾਰਤਾਂ ਦੇ ਨਾਲ ਸਾਡੇ ਕੋਈ ਕੌਮੀ ਜਜ਼ਬਾਤ ਨਹੀਂ ਜੁੜੇ ਹੋਏ, ਪਰ ਜਦੋਂ ਉਹ ਆਪਣੇ ਕੌਮੀ ਜਜ਼ਬਾਤਾਂ ਨਾਲ ਜੁੜੀਆਂ ਹੋਈਆਂ ਵਿਰਾਸਤਾਂ ਨੂੰ ਢਹਿੰਦਾ ਵੇਖਦੇ ਨੇ ਤਾਂ ਕਿਤੇ ਨਾ ਕਿਤੇ ਉਹਨਾਂ ਦੇ ਅੰਦਰ ਅੱਜ ਉਹ ਦਰਦ ਤੇ ਉਹ ਚਸਕ ਜਿਹੜੀ ਹੈ ਉਹ ਪੈਦਾ ਹੋਣੀ ਜ਼ਰੂਰ ਸ਼ੁਰੂ ਹੋਈ ਹੈ ਕਿ ਜੇਕਰ ਵਿਦੇਸ਼ਾਂ ਦੇ ਵਿੱਚ ਹਜ਼ਾਰਾਂ ਸਾਲ ਪੁਰਾਣੀਆਂ ਵਿਰਾਸਤੀ ਇਮਾਰਤਾਂ ਨੂੰ ਰੀਸਟੋਰ ਕੀਤਾ ਜਾ ਸਕਦਾ ਜਾਂ ਉਸੇ ਹੀ ਦਿੱਖ ਦੇ ਵਿੱਚ ਸੰਭਾਲਿਆ ਜਾ ਸਕਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਤਾਂ ਬਹੁਤ ਪ੍ਰਬੰਧ ਔਰ ਸਾਧਨ ਨੇ ਕਿ ਇਸ ਵਿਰਾਸਤੀ ਇਮਾਰਤ ਨੂੰ ਇਸੇ ਤਰੀਕੇ ਦੇ ਨਾਲ, ਜੇਕਰ ਇਹਦੇ ਵਿੱਚ ਕਹਿ ਸਕਦੇ ਹੋ ਕਿ ਕੁਝ ਨਵੀਆਂ ਤਕਨੀਕੀ ਕਾਰਨਾਂ ਕਰਕੇ ਕੁਝ ਸਮੱਸਿਆਵਾਂ ਨੇ ਤਾਂ ਚੰਗੇ ਆਰਕੀਟੈਕਟ, ਚੰਗੇ ਮਾਹਰ ਜਾਂ ਕਿਸੇ ਵੀ ਇਸ ਇਮਾਰਤ ਸਾਜੀ ਦੇ ਨਾਲ ਵਿਸ਼ੇ ਦੇ ਮਾਹਰਾਂ ਨੂੰ ਮਿਲਾ ਕੇ ਇਸੇ ਹੀ ਵਿਰਾਸਤੀ ਢਾਂਚੇ ਦੇ ਅੰਦਰ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਨੇ। ਇਸ ਨੂੰ ਵਾਤਾਨੁਕੂਲ 에ਅਰ ਕੰਡੀਸ਼ਨਿੰਗ ਜਿਹੜੀ ਇਹਦੇ 'ਚ ਕੀਤੀ ਜਾ ਸਕਦੀ ਹੈ। ਇਹਦੀ ਕੋਈ ਕਹਿ ਸਕਦੇ ਹੋ ਕਿ ਸਲਾਬ ਦੀ ਕੋਈ ਡੈਂਪ ਦੀ ਕੋਈ ਪ੍ਰੋਬਲਮ ਹੈ ਤਾਂ ਉਸ ਦਾ ਹੱਲ ਕੀਤਾ ਜਾ ਸਕਦਾ ਹੈ। ਪਰ ਇਹਦੇ ਨਾਲ ਸਾਡੀਆਂ ਬਹੁਤ ਸਾਰੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ। ਪਹਿਲੀ ਗੱਲ ਤਾਂ ਇਹ ਹੈ ਕਿ 1947 ਦੇ ਵਿੱਚ ਜਿਹੜੇ ਪਰਿਵਾਰ ਪਾਕਿਸਤਾਨ ਤੋਂ ਉੱਜੜ ਕੇ ਆਏ, ਬਹੁਤ ਸਾਰੇ ਪਰਿਵਾਰਾਂ ਦੀ ਰਿਹਾਇਸ਼ਗਾਹ ਇਹ ਜਗ੍ਹਾ ਬਣੀ, ਉਹਨਾਂ ਨੂੰ ਇੱਥੇ ਸਿਰ ਲੁਕਾਉਣ ਵਾਸਤੇ ਜਗ੍ਹਾ ਮਿਲੀ, ਜਿਹਦੇ ਵਿੱਚੋਂ ਮੇਰੇ ਕੁਝ ਰਿਸ਼ਤੇਦਾਰ ਵੀ ਸ਼ਾਮਲ ਸਨ ਜਿਹੜੇ ਅੱਜ ਚੰਗੇ ਅਹੁਦਿਆਂ ਦੇ ਉੱਪਰ ਨੇ, ਪਰ ਉਹ ਖੁਦ ਦੱਸਦੇ ਨੇ ਕਿ ਸਾਡਾ ਬਚਪਨ ਜਿਹੜਾ ਹੈ ਉਹ ਕੁਝ ਸਮਾਂ ਇੱਥੇ ਬੀਤਿਆ। ਹੁਣ ਅਗਲੀ ਗੱਲ, 1955 ਦੇ ਵਿੱਚ ਜਦੋਂ ਅਸੀਂ ਬਾਰ-ਬਾਰ ਪੰਜਾਬੀ ਸੂਬਾ ਮੋਰਚਾ ਦੀ ਗੱਲ ਕਰਦੇ ਹਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖੁਦ ਇਸ ਸਾਲ 1955 ਦੇ ਪੰਜਾਬੀ ਸੂਬਾ ਮੋਰਚੇ ਦੀ ਯਾਦ ਨੂੰ ਮਨਾਇਆ ਹੈ ਤੇ ਉਹਦੇ ਵਿੱਚ ਬਾਰ-ਬਾਰ ਜਿੰਨੇ ਵੀ ਸਾਡੇ ਸਰੋਤ ਨੇ, ਜੇ ਮੈਂ ਆਪਣੇ ਬਾਹਰੀ ਲਿਖਾਰੀਆਂ ਦੀ ਗੱਲ ਨਾ ਵੀ ਕਰਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਪਵਾਈ ਗਈ ਕਿਤਾਬ ਹਰਿਮੰਦਰ ਸਾਹਿਬ ਦਾ ਸੁਨਹਿਰੀ ਇਤਿਹਾਸ, ਜਿਹੜੀ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਹੁਣਾਂ ਨੇ ਲਿਖੀ ਹੈ, ਉਹਦੇ ਵਿੱਚ ਇੱਕ ਖਾਸ ਚੈਪਟਰ ਹੈ ਕਿ ਸ੍ਰੀ ਦਰਬਾਰ ਸਾਹਿਬ ਦੀਆਂ ਸਹਿਯੋਗੀ ਇਮਾਰਤਾਂ ਜਾਂ ਪ੍ਰਬੰਧ ਨਾਲ ਸੰਬੰਧਿਤ ਇਮਾਰਤਾਂ। ਉਹ ਜਿਹੜੀਆਂ ਪ੍ਰਬੰਧ ਨਾਲ ਸੰਬੰਧਿਤ ਇਮਾਰਤਾਂ ਨੇ ਉਹਨਾਂ ਦੇ ਵਿੱਚ ਗੁਰੂ ਰਾਮਦਾਸ ਨਿਵਾਸ ਜਾਂ ਗੁਰੂ ਰਾਮਦਾਸ ਸਰਾਂ ਦਾ ਜ਼ਿਕਰ ਵੀ ਹੈ। ਸੋ ਗੁਰੂ ਰਾਮਦਾਸ ਸਰਾਂ ਦੇ ਨਾਲ ਸਾਡੀਆਂ 1947 ਦੀਆਂ ਯਾਦਾਂ ਜੁੜੀਆਂ ਨੇ। ਜਦੋਂ ਮੈਂ ਪੰਜਾਬੀ ਸੂਬੇ ਮੋਰਚੇ ਦੀ ਗੱਲ ਕਰ ਰਹੀ ਸੀ ਤੇ ਜਦੋਂ ਕੱਲ੍ਹ ਦੇ ਸਾਡੀ ਆਉਣ ਵਾਲੀ ਪੀੜ੍ਹੀ ਪੰਜਾਬੀ ਸੂਬੇ ਮੋਰਚੇ ਦੀ ਤਵਾਰੀਖ ਨੂੰ ਪੜ੍ਹੇਗੀ ਤੇ ਜਿਹਦੇ ਵਿੱਚ ਉਹਨਾਂ ਨੂੰ ਇਹ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਦੇ ਨਾਲ ਹਿੰਦ ਹਕੂਮਤ ਦੇ ਉਸ ਵੇਲੇ ਦੇ ਪੰਜਾਬ ਦੇ ਮੁੱਖ ਮੰਤਰੀ ਦੇ ਕਹਿਣ ਦੇ ਉੱਪਰ ਮਹਾਸ਼ਾ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ ਅਸ਼ਵਨੀ ਕੁਮਾਰ ਨੇ ਸ੍ਰੀ ਦਰਬਾਰ ਸਾਹਿਬ ਦੇ ਉੱਪਰ ਪੁਲਿਸ ਦੀਆਂ ਧਾੜਾਂ ਲੈ ਕੇ ਹਮਲਾ ਕੀਤਾ ਤੇ ਦਰਜਨਾਂ ਟਰੱਕਾਂ ਦੇ ਨਾਲ ਜਿਹੜੇ ਪੰਜਾਬੀ ਸੂਬਾ ਮੋਰਚੇ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਆਏ ਸਿੱਖ ਸਨ, ਜਿਹੜੇ ਗੁਰੂ ਰਾਮਦਾਸ ਸਰਾਂ ਦੇ ਵਿੱਚ ਠਹਿਰੇ ਹੋਏ ਸਨ, ਉਹਨਾਂ ਨੂੰ ਗ੍ਰਿਫਤਾਰ ਕੀਤਾ। ਤਾਂ ਤੁਹਾਡੇ ਕੋਲ ਕੀ ਆਉਣ ਵਾਲੀ ਪੀੜ੍ਹੀ ਦੇ ਕੋਲ ਵਾਸਤੇ ਵਿਖਾਉਣ ਲਈ ਹੋਵੇਗਾ ਕਿ ਇਹ ਉਹ ਸਰਾਂ ਸੀ ਜਿੱਥੋਂ ਪੰਜਾਬੀ ਸੂਬੇ ਦੇ ਮੋਰਚੇ ਦੇ ਜਿਹੜੇ ਯਾਤਰੂ ਸੀ ਉਹ ਗ੍ਰਿਫਤਾਰ ਕੀਤੇ ਗਏ। ਤੁਹਾਡੇ ਕੋਲ ਕਿਹੜੇ ਉਹ ਤੱਥ ਹੋਣਗੇ ਜਦੋਂ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਦੱਸ ਸਕਾਂਗੇ ਕਿ ਕਦੀ ਇਸ 'ਤੇ ਸਾਡੀ ਸਿੱਖਾਂ ਦੀ ਪਹਿਲੀ ਦਰਬਾਰ ਸਾਹਿਬ ਦੇ ਵਿੱਚ ਬਣੀ ਲਾਇਬ੍ਰੇਰੀ ਹੋਇਆ ਕਰਦੀ ਸੀ? ਕੀ ਸਬੂਤ ਹੋਣਗੇ ਕਿ ਇਸ ਜਗ੍ਹਾ ਦੇ ਉੱਪਰ ਕਦੀ ਪਹਿਲਾ ਸਾਡਾ ਉਹ ਲਿਟਰੇਚਰ ਹਾਊਸ ਸਾਹਿਤ ਘਰ ਹੋਇਆ ਕਰਦਾ ਸੀ ਜਿੱਥੋਂ ਸਿੱਖਾਂ ਦਾ ਸਾਹਿਤ ਪ੍ਰਾਪਤ ਕੀਤਾ ਜਾ ਸਕਦਾ ਸੀ? ਕਿਵੇਂ ਅਸੀਂ ਦੱਸਾਂਗੇ ਕਿ ਜਿਹੜਾ ਉਸ ਵੇਲੇ ਧਰਮ ਪ੍ਰਚਾਰ ਕਮੇਟੀ ਦੇ ਵੱਲੋਂ ਲਿਟਰੇਚਰ ਜਾਂ ਸਾਹਿਤ ਪ੍ਰਕਾਸ਼ਿਤ ਕੀਤਾ ਜਾਂਦਾ ਸੀ ਉਸ ਨੂੰ ਸਾਰਾ ਇੱਥੇ ਸੰਭਾਲ ਕੇ ਰੱਖਿਆ ਜਾਂਦਾ ਸੀ ਤੇ ਅੱਗੇ ਸੰਗਤਾਂ ਦੇ ਵਿੱਚ ਉਸ ਨੂੰ ਡਿਸਟ੍ਰੀਬਿਊਟ ਕੀਤਾ ਜਾਂਦਾ ਸੀ? ਸੋ ਇੰਨਾ ਕੁਝ ਜੁੜਿਆ। ਹੁਣ ਜੇਕਰ 1984 ਦੇ ਉੱਪਰ ਆ ਜਾਈਏ ਤੇ ਮੈਂ ਕਹਿੰਦਾ ਸਿੱਖ ਵਿਦਵਾਨਾਂ ਦੀ ਗੱਲ ਛੱਡ ਦਿਓ, ਅਸੀਂ ਤਾਂ ਆਪਣੀ ਗੱਲ ਕਰਨੀ ਹੈ। ਭਾਰਤੀ ਫੌਜ ਜਾਂ ਭਾਰਤੀ ਹਕੂਮਤ ਜਾਂ ਫੌਜ ਨਾਲ ਸੰਬੰਧਿਤ ਜਿੰਨੇ ਵੀ ਅਫਸਰ ਤੁਹਾਨੂੰ
ਘੱਲੂਘਾਰਾ ਜੂਨ 84 ਦੀ ਵਾਰਤਾਲਾਪ ਦੱਸਣਗੇ ਜਦੋਂ ਉਹ ਗੱਲ ਕਰਨਗੇ ਸ੍ਰੀ ਰਾਮਦਾਸ ਰਾਂ ਦੀ, ਤੇ ਉਹਨਾਂ ਵੱਲੋਂ ਇੱਥੋਂ ਤੱਕ ਕਿ ਕੁਲਦੀਪ ਬਰਾੜ ਦੀਆਂ ਕਿਤਾਬਾਂ ਨੂੰ ਪੜ੍ਹ ਕੇ ਵੇਖ ਲਓ, ਹੋਰ ਜਿਹੜੇ ਕਹਿ ਸਕਦੇ ਹੋ ਕਿ ਐਡਮਿਨਿਸਟ੍ਰੇਸ਼ਨ ਦੇ ਅਫਸਰ ਜਿਹੜੇ ਰਿਟਾਇਰਡ ਡੀਸੀ ਤੱਕ ਹੋ ਚੁੱਕੇ ਨੇ, ਜਾਂ ਫਿਰ ਜਿਹੜੇ ਹੋਰ ਫੌਜੀ ਅਫਸਰ ਨੇ, BSF ਦੇ ਅਫਸਰ ਨੇ, ਉਹਨਾਂ ਦੀਆਂ ਮੁਲਾਕਾਤਾਂ, ਉਹਨਾਂ ਦੀਆਂ ਲਿਖਤਾਂ, ਉਹਨਾਂ ਦੇ ਲੇਖ, ਆਰਟੀਕਲ ਜਾਂ ਕਿਤਾਬਾਂ ਪੜ੍ਹ ਲਓ, ਤੁਹਾਨੂੰ ਸਾਰਿਆਂ ਦੇ ਵਿੱਚ ਜ਼ਿਕਰ ਆਵੇਗਾ ਕਿ 26 ਮਦਰਾਸ ਰੈਜੀਮੈਂਟ ਜਿਹੜੀ ਸੀ ਉਹ ਸਰਾਂ ਵਾਲੇ ਪਾਸਿਓਂ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਦੇ ਵਿੱਚ ਸੀ। ਪਰ ਲੰਗਰ ਦੀ ਇਮਾਰਤ ਦੇ ਉੱਪਰ ਜਿਹੜੇ ਸਿੰਘ ਸਨ ਉਹਨਾਂ ਦੇ ਵੱਲੋਂ ਇੰਨਾ ਮੁਕਾਬਲਾ ਕੀਤਾ ਗਿਆ ਕਿ ਗੁਰੂ ਰਾਮਦਾਸ ਰਾਂ ਵਾਲੇ ਪਾਸਿਓਂ 26 ਮਦਰਾਸ ਬਟਾਲੀਅਨ ਅੰਦਰ ਨਾ ਜਾ ਸਕੀ, ਤੇ ਨਿਰਧਾਰਿਤ ਕੀਤਾ ਵਕਤ ਜਿਸ ਅਨੁਸਾਰ ਫੌਜ ਨੇ ਆਪਣਾ 0 ਆਵਰ ਤੈਅ ਕੀਤਾ ਸੀ ਕਿ ਅਸੀਂ ਇੰਨੇ ਸਮੇਂ ਦੇ ਵਿੱਚ ਕਾਰਵਾਈ ਸ਼ੁਰੂ ਕਰਕੇ ਇੰਨੇ ਸਮੇਂ ਦੇ ਵਿੱਚ ਉਹ ਕਾਰਵਾਈ ਪੂਰੀ ਕਰ ਲੈਣੀ ਹੈ, ਉਹਨੂੰ ਠੱਲ ਪਾਉਣ ਦੇ ਵਿੱਚ ਇਹ ਪੱਖ ਜਿਹੜਾ ਸਭ ਤੋਂ ਵੱਧ ਕਾਮਯਾਬ ਰਿਹਾ। ਤੁਹਾਡੀ ਆਉਣ ਵਾਲੀ ਪੀੜ੍ਹੀ ਨੂੰ ਕੀ ਪਤਾ ਹੋਵੇਗਾ ਕਿ ਇਹ ਉਹੀ ਗੁਰੂ ਰਾਮਦਾਸ ਰਾਂ ਹੈ ਜਿੱਥੇ ਫੌਜੀਆਂ ਨੇ ਨਜਾਇਜ਼ ਨੌਜਵਾਨਾਂ ਨੂੰ ਬਾਹਾਂ ਪਿੱਛੇ ਬੰਨਣ ਤੋਂ ਬਾਅਦ ਖੜੇ ਕਰਕੇ ਗੋਲੀਆਂ ਮਾਰ ਕੇ ਭੁੰਨ ਦਿੱਤਾ, ਜਾਂ ਫਿਰ ਸੰਗਤ ਦੇ ਉੱਪਰ ਗਰਨੇਡ ਸੁੱਟ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਸੋ ਬਹੁਤ ਸਾਰੀਆਂ ਵਿਰਾਸਤੀ ਯਾਦਾਂ ਸਾਡੀਆਂ ਇਸ ਇਮਾਰਤ ਦੇ ਨਾਲ ਜੁੜੀਆਂ ਹੋਈਆਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹ ਜਿਹੜੀ ਸਾਡੀ ਇਮਾਰਤ ਹੈ, ਇਹ ਜਿਹੜੀ ਸਾਡੀ ਵਿਰਾਸਤੀ ਇਮਾਰਤ ਹੈ, ਜਿਹਦੇ ਆਲੇ ਦੁਆਲੇ ਕਮਰੇ ਬਣੇ ਹੋਏ ਨੇ, ਵਿਚਕਾਰ ਵਿਹੜਾ ਹੈ, ਇੱਕ ਕਿਲੇ ਵਰਗੀ ਦਿੱਖ ਹੈ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਬਹੁਤ ਸਾਰੇ ਸਾਧਨ ਨੇ। ਉਹਨਾਂ ਨੂੰ ਢਾਉਣ ਦੀ ਲੋੜ ਨਹੀਂ, ਬਲਕਿ ਇਸ ਨੂੰ ਰੀਸਟੋਰ ਕਰਨ ਦੀ ਲੋੜ ਹੈ, ਕਿਉਂਕਿ ਸਾਡੇ ਆਉਣ ਵਾਲੇ ਬੱਚਿਆਂ ਦੇ ਵਾਸਤੇ ਕਮ ਸੇ ਕਮ ਸਾਡੇ ਵਿਰਾਸਤੀ ਇਮਾਰਤਾਂ ਦੇ ਢਾਂਚੇ ਦੇ ਵਿੱਚ ਇੱਕ ਢਾਂਚਾ ਹੋਰ ਖੜਾ ਰਹਿ ਸਕੇ, ਜਿੱਥੇ ਅਸੀਂ ਇਹ ਤਾਂ ਦੱਸ ਸਕੀਏ ਕਿ 1947 ਤੋਂ ਲੈ ਕੇ 1984 ਤੱਕ ਦੀਆਂ ਯਾਦਾਂ ਇਸ ਇਮਾਰਤ ਦੇ ਨਾਲ ਕਿਵੇਂ ਜੁੜੀਆਂ ਹੋਈਆਂ ਨੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ ਪਿਆਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।